ਮਨੁੱਖ ਦੇ ਉੱਤੇ ਇਹ ਕਿਰਪਾ ਹੀ ਹੈ। ਐਸੇ ਸਮੇਂ ਦੇ ਵਿੱਚ ਜਿੱਥੇ ਸੱਚ ਦੀ ਗੱਲ ਕਰਨੀ ਅਤੇ ਸੁਣਨੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਉਸ ਸਮੇਂ ਦੇ ਵਿੱਚ ਵੀ ਸਤ ਸੰਗਤ ਦੇ ਵਿੱਚ ਬੈਠਣਾ, ਗੁਰੂ ਦੀ ਗੱਲ ਨੂੰ ਸੁਣਨਾ, ਉਹਦੇ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਦੋ ਨੁਕਤਿਆਂ ਤੇ ਗੱਲ ਕਰਦੇ ਨੇ। ਮੁੱਖ ਤੇ ਗੱਲ ਇਹ ਹੈ, ਪਰਮਾਤਮਾ ਦੇ ਜਿਹੜੇ ਭਗਤ ਨੇ, ਜੋ ਪਰਮਾਤਮਾ ਤੋਂ ਅਵਤਰਿਤ ਹੁੰਦੇ ਨੇ, ਪਰਮਾਤਮਾ ਵੱਲੋਂ ਬਖਸ਼ੇ ਜਾਂਦੇ ਨੇ, ਉਹਨਾਂ ਦੇ ਕਹੇ ਗਏ ਵਚਨ ਸੱਚ ਹੁੰਦੇ ਨੇ। ਜੋ ਵੀ ਵਚਨ ਉਹ ਕਰਦੇ ਹਨ, ਉਹ ਵਚਨ ਆਦਿ ਕਾਲ ਸੱਤ ਹੁੰਦਾ ਹੈ। ਉਸ ਵਚਨ ਨੂੰ ਫਿਜ਼ੀਕਲੀ ਤੇ ਮੇਟਿਆ ਜਾ ਸਕਦਾ ਹੈ, ਧਵਨੀ ਤੋਂ ਬਾਅਦ ਭਾਵਨਾ ਦੇ ਰੂਪ ਦੇ ਵਿੱਚ ਉਹ ਵਚਨ ਸਾਰੇ ਵਿਸ਼ਵ ਦੇ ਵਿੱਚ ਫੈਲਿਆ ਹੁੰਦਾ ਹੈ, ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸ਼ਬਦਾਂ ਲਈ ਜਿਹੜੇ ਸ਼ਬਦ ਜਿਨ੍ਹਾਂ ਕਾਗਜ਼ਾਂ ਤੇ ਲਿਖੇ ਜਾਂਦੇ ਨੇ, ਕਾਗਜ਼ ਤੇ ਸੜ ਸਕਦੇ ਨੇ, ਪਰ ਜੋ ਸ਼ਬਦ ਹੁੰਦਾ ਹੈ, ਕਿਉਂਕਿ ਪੰਜਾਬੀ, ਹਿੰਦੀ, ਜਿੰਨੀਆਂ ਵੀ ਭਾਸ਼ਾਵਾਂ ਨੇ, ਜਿੰਨੀਆਂ ਵੀ ਇਹ ਲਿਪੀਆਂ ਨੇ, ਭਾਵੇਂ ਦੇਵਨਾਗਰੀ ਹੈ, ਭਾਵੇਂ ਗੁਰਮੁਖੀ ਹੈ, ਇਹ ਤੇ ਸਿਰਫ ਸਾਧਨ ਨੇ ਸ਼ਬਦ ਨੂੰ ਲਿਖਣ ਦੇ, ਉਹ ਜਿਹੜੀਆਂ ਸ਼ਬਦ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਾਂਭਣ ਦੇ। ਇਸ ਕਰਕੇ ਜੋ ਗੁਰੂ ਦੇ ਸ਼ਬਦ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੀਆਂ ਭਾਵਨਾਵਾਂ ਕੰਮ ਕਰਦੀਆਂ ਨੇ, ਉਹ ਸੱਚ ਹੁੰਦੀਆਂ ਨੇ, ਉਹ ਅਟੱਲ ਹੁੰਦੀਆਂ ਨੇ। ਹੋ ਸਕਦਾ ਹੈ ਕੋਈ ਮਨੁੱਖ ਉਹਨਾਂ ਨੂੰ ਇਗਨੋਰ ਵੀ ਕਰ ਦੇਵੇ, ਨਾ ਮੰਨੇ, ਪਰ ਨਾ ਮੰਨਣ ਕਰਕੇ ਜੋ ਗੱਲ ਉਹਨਾਂ ਨੇ ਕਹੀ ਹੈ, ਉਹ ਗੱਲ ਦੇ ਨਤੀਜੇ ਮਨੁੱਖ ਨੂੰ ਆਪਣੀ ਜ਼ਿੰਦਗੀ 'ਚ ਸਹਿਣੇ ਪੈਂਦੇ ਨੇ। ਇੱਕ ਵਾਰ ਸਤਿਗੁਰੂ ਜੀ ਮਹਾਰਾਜ ਕੋਲ ਇੱਕ ਸਿੱਖ ਆਇਆ, ਕਹਿੰਦੇ ਮਹਾਰਾਜ ਮੇਰਾ ਕਲਿਆਣ ਕਰੋ। ਗੁਰੂ ਜੀ ਕਹਿੰਦੇ ਨੇ ਕਲਿਆਣ ਤੇ ਹੋ ਜਾਏਗਾ, ਜੋ ਸ਼ਬਦ ਨੇ ਗੁਰੂ ਦੇ, ਉਹਨਾਂ ਸ਼ਬਦਾਂ ਨੂੰ ਤੁਸੀਂ ਵਿਚਾਰਨਾ ਤੇ ਪੜ੍ਹਨਾ ਹੈ। ਕਹਿੰਦੇ ਸਤਿਗੁਰੂ ਮਹਾਰਾਜ ਸ਼ਬਦ ਤੇ ਅਸੀਂ ਪੜ੍ਹਦੇ ਹਾਂ। ਗੁਰੂ ਜੀ ਕਹਿੰਦੇ ਨੇ ਸ਼ਬਦ ਦਾ ਪੜ੍ਹਨਾ ਇੱਕ ਪੁੰਨ ਹੈ, ਪੁੰਨਾਂ ਦੇ ਵਿੱਚ ਵਾਧਾ ਕਰਦਾ ਹੈ। ਗੁਰਬਾਣੀ ਪੜ੍ਹ ਰਹੇ ਹਾਂ, ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਇਹ ਮਨੁੱਖ ਦਿਆਂ ਪੁੰਨ ਕਰਮਾਂ ਦੇ ਵਿੱਚ ਵਾਧਾ ਕਰਦਾ ਹੈ। ਪਰ ਇਸ ਦਾ ਲਾਭ ਮੁਕੰਮਲ ਤੌਰ ਤੇ ਉਦੋਂ ਹੀ ਮਿਲ ਸਕਦਾ ਹੈ ਜਦੋਂ ਸ਼ਬਦ ਦੀ ਵਿਚਾਰ ਹੋਏ। ਇਹਦੇ ਵਾਸਤੇ ਦ੍ਰਿਸ਼ਟਾਂਤ ਸਤਿਗੁਰੂ ਜੀ ਦਿੰਦੇ ਨੇ ਕਿ ਜਿਵੇਂ ਲੱਕੜ ਹੈ, ਲੱਕੜ ਦੇ ਵਿੱਚ ਅੱਗ ਹੈ, ਪਰ ਅੱਗ ਦੀ ਪ੍ਰਾਪਤੀ ਤਾਂ ਹੁੰਦੀ ਹੈ ਜਿਸ ਮਨੁੱਖ ਯਤਨ ਕਰੇ। ਜਿਵੇਂ ਦੁੱਧ ਦੇ ਅੰਦਰ ਘਿਓ ਹੁੰਦਾ ਹੈ, ਘਿਓ ਦੀ ਪ੍ਰਾਪਤੀ ਤਾਂ ਹੋ ਸਕਦੀ ਹੈ ਜੇ ਦੁੱਧ ਦੇ ਵਿੱਚ ਯਤਨ ਕੀਤੇ ਜਾਣ। ਇਵੇਂ ਜੋ ਸ਼ਬਦ ਹੈ,
ਸ਼ਬਦ ਦੇ ਵਿੱਚ ਜਿਹੜੇ ਭਾਵ ਹੁੰਦੇ ਨੇ ਉਹਨਾਂ ਦੀ ਪ੍ਰਾਪਤੀ ਤਾਂ ਕੀਤੀ ਜਾ ਸਕਦੀ ਹੈ ਜੇ ਯਤਨ ਕੀਤੇ ਜਾਣ। ਔਰ ਯਤਨ ਕੀ ਹੈ? ਵਿਚਾਰ। ਪਰ ਵਿਚਾਰ ਅੰਦਰ ਬੈਠ ਜਾਏ ਇੱਕ ਸਾਧਨਾ ਹੈ, ਔਖੀ ਸਾਧਨਾ ਹੈ। ਛੋਟੀਆਂ ਗੱਲਾਂ, ਛੋਟੇ ਬਚਨ ਮਨੁੱਖ ਨੂੰ ਛੇਤੀ ਯਾਦ ਹੋ ਜਾਂਦੇ ਨੇ। ਆਮ ਦੁਨਿਆਵੀ ਤੌਰ ਤੇ ਜਿੰਨੇ ਵੀ ਗੀਤ ਸੰਗੀਤ ਨੇ ਬੜੀ ਛੇਤੀ ਯਾਦ ਹੋ ਜਾਂਦੇ ਨੇ। ਕਾਰਨ ਕੀ ਹੈ? ਉਸ ਦਾ ਇੱਕੋ ਇੱਕ ਕਾਰਨ ਹੈ, ਜਿੰਨੀ ਕੁ ਬੁੱਧੀ ਦੇ ਉਹ ਬਚਨ ਨੇ ਇਤਨੀ ਕੀ ਮਨੁੱਖ ਦੀ ਬੁੱਧੀ ਹੁੰਦੀ ਹੈ। ਆਮ ਮਨੁੱਖ ਦੀ, ਇੱਕ ਸਾਧਾਰਨ ਮਨੁੱਖ ਦੀ ਉਨੀ ਕੀ ਦਿਮਾਗ ਹੁੰਦਾ ਹੈ ਜਿੰਨੇ ਕਿ ਦਿਮਾਗ ਚੋਂ ਬਚਨ ਬੋਲੇ ਜਾਂਦੇ ਨੇ। ਤਾਂ ਕਰਕੇ ਮਨੁੱਖ ਨੂੰ ਯਾਦ ਰਹਿੰਦੇ ਨੇ। ਗੁਰੂ ਦੇ ਵਚਨ ਇੰਨੀ ਸਹਿਜੇ ਤਰੀਕੇ ਨਾਲ ਯਾਦ ਨਹੀਂ ਹੁੰਦੇ। ਉਹਨਾਂ ਬਚਨਾਂ ਦੇ ਵਿੱਚ ਜਿਹੜੀਆਂ ਭਾਵਨਾਵਾਂ, ਜਿੰਨੇ ਡੂੰਘੇ ਭਾਵ ਨੇ ਉਹ ਛੇਤੀ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦੇ। ਕਾਰਨ ਕੀ ਹੈ? ਬਾਣੀ ਕਹਿੰਦੀ ਏ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੈ ਸੋਈ। ਮਨੁੱਖ ਉੱਡਾ ਵੱਡਾ ਹੋਣਾ ਚਾਹੀਦਾ ਹੈ। ਜਿਹੜੇ ਡੂੰਘੇ ਭਾਵਾਂ ਤੋਂ ਇਹ ਸ਼ਬਦ ਆਏ ਨੇ ਉਨੇ ਡੂੰਘੇ ਮਨੁੱਖ ਦੇ ਭਾਵ ਵੀ ਹੋਣੇ ਚਾਹੀਦੇ ਨੇ, ਤਾਂ ਇਹ ਸ਼ਬਦ ਸਮਝ ਆਉਣਗੇ। ਇਸ ਕਰਕੇ ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਉਹ ਮਨੁੱਖ ਵੀ ਸੱਚੇ ਹੋ ਜਾਂਦੇ ਨੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਇਹ ਬਚਨ ਪ੍ਰਵੇਸ਼ ਕਰ ਜਾਂਦੇ ਨੇ। ਕਿਉਂਕਿ ਹਿਰਦੇ ਵਿੱਚ ਚੀਜ਼ ਬੜੀ ਲੇਟ ਆਉਂਦੀ ਹੈ, ਦਿਮਾਗ ਵਿੱਚ ਪਹਿਲਾਂ ਆਉਂਦੀ ਹੈ। ਹਿਰਦਾ ਕਹਿੰਦੇ ਨੇ ਅਨੁਭਵ ਨੂੰ। ਗੁਰੂ ਦੇ ਬਚਨ ਜ਼ੁਬਾਨ ਤੇ ਵੀ ਆ ਜਾਣਗੇ, ਦਿਮਾਗ ਵਿੱਚ ਵੀ ਆ ਜਾਣਗੇ, ਅਨੁਭਵ ਵਿੱਚ ਬੜੀ ਲੇਟ ਆਉਂਦੇ ਨੇ, ਬਹੁਤ ਲੇਟ ਆਉਂਦੇ ਨੇ। ਔਰ ਕਦੇ ਕਦੇ ਕਿਸੇ ਕਿਸੇ ਦੇ ਆਉਂਦੇ ਨੇ। ਹਿਰਦੇ ਦੇ ਵਿੱਚ ਉਹੀ ਚੀਜ਼ ਮਨੁੱਖ ਦੇ ਬੈਠਦੀ ਹੈ, ਦਿਲ ਦੀਆਂ ਗਹਿਰਾਈਆਂ 'ਚ ਉਹੀ ਚੀਜ਼ ਹੁੰਦੀ ਹੈ ਜਿਹਦੇ ਨਾਲ ਮਨੁੱਖ ਪ੍ਰੇਮ ਕਰਦਾ ਹੈ। ਔਰ ਕੋਈ ਚੀਜ਼ ਦਿਲ ਦੇ ਵਿੱਚ ਨਹੀਂ ਹੁੰਦੀ। ਔਰ ਦਿਲ ਦਾ ਮਤਲਬ ਇਹ ਨਹੀਂ ਹੈ ਅਸੀਂ ਜਿਹਨੂੰ ਹਰਟ ਕਹਿੰਦੇ ਹਾਂ, ਇਹ ਨਹੀਂ ਹੈ। ਇਸ ਦਿਲ ਦੇ ਵਿੱਚ ਕੋਈ ਮੈਮਰੀ ਨਹੀਂ ਹੈ ਵੀ ਜਿਹਦੇ ਵਿੱਚ ਚੀਜ਼ਾਂ ਬੈਠੀਆਂ ਰਹਿਣਗੀਆਂ, ਐਸਾ ਨਹੀਂ। ਕਿਉਂਕਿ ਸਾਡੇ ਸਰੀਰ 'ਚ ਕੋਈ ਵੀ ਐਸਾ ਪਾਰਟ ਨਹੀਂ ਹੈ ਜਿੱਥੇ ਕੋਈ ਮੈਮਰੀ ਰੱਖੀ ਹੋਏ, ਕੋਈ ਮੈਮਰੀ ਕਾਰਡ ਲੱਗਿਆ ਹੋਇਆ, ਐਸਾ ਕੁਝ ਨਹੀਂ ਹੈ। ਕੋਈ ਦਿਲ ਦਾ ਮਤਲਬ ਇਹ ਨਹੀਂ ਕੋਈ ਦਿਲ ਵਿੱਚ ਮੈਮਰੀ ਕਾਰਡ ਲੱਗਿਆ ਉੱਥੇ ਚੀਜ਼ਾਂ ਫਿੱਟ ਹੋ ਜਾਂਦੀਆਂ ਨੇ, ਐਸਾ ਨਹੀਂ ਹੈ। ਦਿਲ ਦਾ ਮਤਲਬ ਹੈ ਜਿਹੜੀ ਚੀਜ਼ ਮਨੁੱਖ ਨੂੰ ਅਨੁਭਵ ਹੋ ਗਈ ਹੈ, ਉਹੀ ਚੀਜ਼ ਮਨੁੱਖ ਦੇ ਦਿਲ ਦੇ ਵਿੱਚ ਰਹਿੰਦੀ ਹੈ, ਬਾਕੀ ਨਹੀਂ ਰਹਿੰਦੀ। ਦਿਲ ਦੇ ਵਿੱਚ ਬਾਹਰ ਗੀਤ ਸੰਗੀਤ ਚੱਲਦੇ ਨੇ, ਕੋਈ ਪਿਕਚਰ ਵੇਖੀ ਹੈ, ਮਨੁੱਖ ਨੂੰ ਸਮਝ ਆ ਗਈ ਨਾਲੋਂ ਨਾਲ, ਔਰ ਮਨੁੱਖ ਦੀ ਰੁਚੀ ਦੇ ਮੁਤਾਬਕ ਉਹ ਚੀਜ਼ ਹੋਏ, ਉਹ ਨਾਲ ਹੀ ਦਿਲ ਵਿੱਚ ਬੈਠ ਜਾਏਗੀ। ਵੈਸੇ ਮਨੋਵਿਗਿਆਨੀ ਇਹ ਕਹਿੰਦੇ ਨੇ ਦੋ ਤਰੀਕੇ ਨਾਲ ਹੋਰ ਵੀ ਚੀਜ਼ਾਂ ਜ਼ਿਆਦਾ ਸਮੇਂ ਤਾਈਂ ਯਾਦ ਰਹਿੰਦੀਆਂ ਨੇ, ਦਿਲ ਵਿੱਚ ਬਹਿ ਜਾਂਦੀਆਂ ਨੇ। ਜਾਂ ਤੇ ਕੋਈ ਐਸੀ ਚੀਜ਼ ਹੋਏ ਜਿਹੜੀ ਬੜੀ ਦੁੱਖ ਕਰਨ ਵਾਲੀ ਹੋਏ, ਬੜੀ ਦੁੱਖ ਵਾਲੀ, ਉਹ ਮਨੁੱਖ ਦੇ ਦਿਲ ਵਿੱਚ ਰਹਿੰਦੀ ਹੈ, ਯਾਦ ਵਿੱਚ ਰਹਿੰਦੀ ਹੈ। ਉਹਦੇ ਨਾਲ ਭਾਵਨਾਵਾਂ, ਕਿਸੇ ਨੇ ਬਹੁਤ ਵੱਡੀ ਬੇਇੱਜ਼ਤੀ ਇਹਦੀ ਕੀਤੀ ਹੋਏ, ਉਹ ਦਿਲੋਂ ਛੱਡਦਾ ਹੀ ਨਹੀਂ, ਵਿੱਚ ਰਹਿੰਦੀ ਹੈ। ਜਾਂ ਬਹੁਤ ਜ਼ਿਆਦਾ ਸਨਮਾਨ ਮਿਲਿਆ ਹੋਏ, ਬਹੁਤ ਜ਼ਿਆਦਾ ਮਾਣ ਸਤਿਕਾਰ ਮਿਲਿਆ ਹੋਏ, ਉਹ ਵੀ ਮਨੁੱਖ ਦੇ ਦਿਲ ਵਿੱਚ ਰਹਿੰਦਾ। ਜਾਂ ਕੋਈ ਐਸੀ ਘਟਨਾ ਜਿਹੜੀ ਦੁਨੀਆ ਤੇ ਵਚਿੱਤਰ ਹੀ ਹੋਏ, ਕਦੀ ਵੇਖੀ ਨਾ ਹੋਏ, ਐਸੀ ਘਟਨਾ, ਉਹ ਵੀ ਮਨੁੱਖ ਦੇ ਯਾਦ ਦੇ ਵਿੱਚ ਰਹਿੰਦੀ ਹੈ। ਜਾਂ ਕੋਈ ਛੋਟੀ ਚੀਜ਼, ਜਿਵੇਂ 7-7 6-6 ਫੁੱਟ ਦੀ ਹਾਈਟ ਹੁੰਦੀ ਹੈ ਇੱਕ ਮਨੁੱਖ ਦੀ, ਕੋਈ 1.5 ਫੁੱਟ ਦੀ ਹਾਈਟ ਵਾਲਾ ਮਨੁੱਖ ਵੇਖ ਲਓਗੇ, ਉਹ ਵੀ ਯਾਦ ਰਹੇਗਾ। ਜਾਂ ਤੇ ਬਹੁਤ ਵੱਡੀ ਚੀਜ਼, ਜਾਂ ਬਹੁਤ ਛੋਟੀ ਚੀਜ਼, ਜਾਂ ਬਹੁਤ ਵੱਡੀ ਘਟਨਾ, ਜਾਂ ਬਹੁਤ ਛੋਟੀ ਘਟਨਾ, ਇਹ ਮਨੁੱਖ ਦੀ ਯਾਦ ਦੇ ਵਿੱਚ ਰਹਿੰਦੀਆਂ ਨੇ। ਮਨੁੱਖ ਦੇ ਦਿਲ ਦੇ ਵਿੱਚ ਉਹੀ ਚੀਜ਼ਾਂ
ਵਾਸ ਕਰਦੀਆਂ ਨੇ, ਮਨੁੱਖ ਦੇ ਅਨੁਭਵ ਦੇ ਵਿੱਚ ਉਹੀ ਚੀਜ਼ਾਂ ਆਉਂਦੀਆਂ ਨੇ ਜਿਹੜੀ ਦੇ ਵਿੱਚ ਮਨੁੱਖ ਦੀ ਰੁਚੀ ਹੈ, ਬਾਕੀ ਨਹੀਂ ਹੁੰਦੀਆਂ। ਇਸ ਕਰਕੇ ਗੁਰਬਾਣੀ ਯਾਦ ਕਰਨੀ ਔਖੀ ਹੋ ਜਾਂਦੀ ਹੈ। ਬਾਹਰੀ ਤੌਰ ਤੇ ਹੋਰ ਮਨੁੱਖ ਬਹੁਤ ਕੁਝ ਯਾਦ ਕਰੀ ਬੈਠਾ। ਗੁਰੂ ਦੇ ਇਤਿਹਾਸ ਦੀਆਂ ਘਟਨਾਵਾਂ, ਸਾਖੀਆਂ ਯਾਦ ਰੱਖਣੀਆਂ ਮੁਸ਼ਕਲ ਹੁੰਦੀਆਂ ਨੇ। ਦੁਨਿਆਵੀ ਤੌਰ ਤੇ ਜਿਨ੍ਹਾਂ ਮਨੁੱਖਾਂ ਦੇ ਨਾਲ ਜੋ ਵਾਰਤਾਲਾਪ ਹੋਏ ਨੇ, ਸਾਨੂੰ ਸਾਰੇ ਹੀ ਯਾਦ ਨੇ। ਅਸੀਂ ਕਹਿ ਦਿੰਦੇ ਹਾਂ 15 ਸਾਲ ਪਹਿਲਾਂ ਤੂੰ ਮੈਨੂੰ ਆਹ ਗੱਲ ਕਹੀ ਸੀ। ਹੁਣ 15 ਸਾਲ ਪਹਿਲਾਂ ਕਿਤੇ ਕੋਈ ਗੱਲ ਹੋਈ ਹੈ, ਸਾਰਾ ਹੀ ਸੰਵਾਦ ਯਾਦ ਹੈ, ਸਾਰਾ ਹੀ ਦਿਲ ਦੇ ਵਿੱਚ ਉਹੀ ਚੀਜ਼ ਬੈਠਦੀ ਹੈ ਜਿਹਦੇ ਵਿੱਚ ਮਨੁੱਖ ਦੀ ਰੁਚੀ ਹੈ। ਇਹਦੇ ਤੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਈ ਸੁਥਰਾ ਉਹ ਪ੍ਰਚਾਰ ਤੇ ਕਰਦਾ ਹੁੰਦਾ ਸੀ। ਉਹਨਾਂ ਦਾ ਪ੍ਰਚਾਰ ਕਰਨ ਦਾ ਢੰਗ ਬੜਾ ਵਚਿੱਤਰ ਹੁੰਦਾ ਸੀ। ਜਿਹੜੇ ਤਰੀਕੇ ਨਾਲ ਉਹ ਪ੍ਰਚਾਰ ਕਰਦੇ ਸੀ, ਗੱਲ ਮਨੁੱਖ ਦੇ ਦਿਲ ਵਿੱਚ ਬਹਿ ਜਾਂਦੀ ਸੀ। ਇਸ ਤਰੀਕੇ ਨਾਲ ਇੱਕ ਦਿਨ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕਥਾ ਚੱਲ ਰਹੀ ਹੈ, ਸਾਰੀ ਸੰਗਤ ਬੈਠੀ ਹੈ। ਭਾਈ ਸੁਥਰਾ ਆਉਂਦਾ ਹੈ, ਸਾਰੇ ਬੈਠੇ ਨੇ। ਸੁਥਰਾ ਆਉਂਦੇ ਗਾਲਾਂ ਕੱਢਣ ਲੱਗ ਜਾਂਦਾ, ਜਿਹੜੇ ਸੰਗਤ ਬੈਠੀ ਉਹਨਾਂ। ਮਹਾਰਾਜ ਅੱਗੇ ਬੈਠੇ ਨੇ, ਹੁਣ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਵੇਖਿਆ ਗਾਲਾਂ ਕੱਢੀਆਂ ਨੇ, ਨਾਲੋਂ ਨਾਲ ਥੋੜੀ ਜਿਹੀ ਹਿਲਜੁਲ ਹੋਈ, ਕਿਉਂਕਿ ਮਨ ਟਿਕਦਾ ਤੇ ਨਹੀਂ ਹੈ। ਮਾੜੀ ਜਿਹੀ ਹਿਲਜੁਲ ਹੋਈ, ਉੱਧਰ ਹੀ ਭੱਜ ਪੈਂਦਾ। ਨਾਲੋਂ ਨਾਲ ਉਹਨਾਂ ਦਾ ਦਿਮਾਗ ਉੱਧਰ ਨੂੰ ਗਿਆ, ਸਾਰੇ ਹੀ ਉਹਦੇ ਪਿੱਛੇ ਭੱਜ ਪਏ ਉਹਨੂੰ ਫੜਨ ਵਾਸਤੇ। ਸੁਥਰਾ ਅੱਗੇ ਭੱਜ ਗਿਆ। 10, 15, 20 ਦਿਨ ਉਹ ਆਇਆ ਹੀ ਨਹੀਂ ਸੰਗਤ ਵਿੱਚ। ਚਲੋ ਗੱਲ ਥੋੜੀ ਠੰਡੀ ਹੋਈ। 15, 20 ਦਿਨਾਂ ਬਾਅਦ ਉਹ ਸੰਗਤ ਵਿੱਚ ਆਉਂਦਾ ਹੈ ਭਾਈ ਸੁਥਰਾ। ਉਹ ਜਿਹੜੇ ਹੁਣ ਪਿੱਛੇ ਭੱਜੇ ਸੀ ਮਾਰਨ ਵਾਸਤੇ ਵੇਖਦੇ ਨੇ, ਆ ਕੇ ਸਤਿਗੁਰੂ ਜੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਆ ਗਿਆ, ਇਹਨੇ ਗਾਲਾਂ ਕੱਢੀਆਂ ਨੇ। ਗੁਰੂ ਜੀ ਪੁੱਛਦੇ ਨੇ, ਸੁਥਰਿਆ ਤੂੰ ਇਹਨਾਂ ਸਾਰਿਆਂ ਨੂੰ ਗਾਲਾਂ ਕੱਢੀਆਂ ਨੇ? ਕਹਿੰਦੇ ਮਹਾਰਾਜ ਨਹੀਂ, ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕੱਢੀ। ਕਹਿੰਦੇ ਮਹਾਰਾਜ ਨਾਲੇ ਕੱਢੀਆਂ ਨੇ, ਹੁਣ ਝੂਠ ਵੀ ਬੋਲਣ ਲੱਗ ਗਿਆ। ਇਹ ਝੂਠ ਬੋਲਦਾ ਨੇ ਕੱਢੀਆਂ ਨੇ। ਕਹਿੰਦੇ ਸਤਿਗੁਰੂ ਜੀ ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕੱਢੀ। ਉਹ ਕਹਿੰਦੇ ਕੱਢੀਆਂ ਨੇ। ਗੁਰੂ ਜੀ ਨੂੰ ਕਹਿੰਦਾ, ਸੁਥਰਾ ਜੇ ਮੈਂ ਇਹਨਾਂ ਨੂੰ ਗਾਲ ਕੱਢੀ ਹੈ, ਮੈਨੂੰ ਇਹ ਦੱਸੋ ਜਦੋਂ ਮੈਂ ਇਹਨਾਂ ਨੂੰ ਗਾਲ ਕੱਢੀ ਸੀ ਉਦੋਂ ਤੁਸੀਂ ਕਿਹੜਾ ਸ਼ਬਦ ਦੀ ਵਿਆਖਿਆ ਕਰ ਰਹੇ ਸੀ? ਇਹ ਦੱਸੋ। 15, 20 ਦਿਨਾਂ ਦੀ ਗੱਲ ਹੋ ਗਈ, ਇਹ ਦੱਸੋ ਕਿਹੜੀ ਚੀਜ਼ ਸੀ? ਉਹ ਕਹਿੰਦੇ ਮਹਾਰਾਜ ਦੱਸੋ ਭਾਈ, ਉਸ ਦਿਨ ਕਿਹੜੇ ਸ਼ਬਦ ਦੀ ਵਿਆਖਿਆ ਹੋ ਰਹੀ ਸੀ? ਹੁਣ ਜਿਹੜੇ ਗਾਲਾਂ ਸੁਣਨ ਵਾਲੇ ਸੀ ਕਹਿੰਦੇ ਮਹਾਰਾਜ ਸਾਨੂੰ ਤਾਂ ਕੋਈ ਨਹੀਂ ਪਤਾ ਕਿਹੜੇ ਸ਼ਬਦ। ਹੁਣ ਦਿਲ ਵਿੱਚ ਤੇ ਨਹੀਂ ਉਤਰੀ ਗੱਲ। ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ ਕਿਹੜੇ ਸ਼ਬਦ ਦੀ ਵਿਆਖਿਆ ਚੱਲ ਰਹੀ, ਸਾਨੂੰ ਇਸ ਚੀਜ਼ ਬਾਰੇ ਗਿਆਨ ਨਹੀਂ। ਭਾਈ ਸੁਥਰਾ ਕਹਿੰਦਾ ਮਹਾਰਾਜ ਇਹ ਤੁਹਾਡੀ ਇੱਥੇ ਕਥਾ ਨਹੀਂ ਸੁਣ ਰਹੇ, ਇਹ ਤੁਹਾਡਾ ਕੀਰਤਨ ਨਹੀਂ ਸੁਣ ਰਹੇ, ਇਹ ਤੇ ਮੇਰੀਆਂ ਗਾਲਾਂ ਯਾਦ ਰੱਖਦੇ ਨੇ, ਤੁਹਾਡੀ ਬੰਦਗੀ ਯਾਦ ਨਹੀਂ ਰੱਖਦੇ। ਇਹ ਗਾਲਾਂ ਯਾਦ ਰੱਖਦੇ ਨੇ, ਦਿਲ ਵਿੱਚ ਇਹਨਾਂ ਦੇ ਗਾਲਾਂ ਯਾਦ ਹੋ ਜਾਂਦੀਆਂ ਨੇ। ਇਸ ਕਰਕੇ ਜਿਹੜੀ ਨੀਵੇਂ ਪੱਧਰ ਦੀ ਚੀਜ਼ ਹੈ ਬੜੀ ਛੇਤੀ ਯਾਦ ਹੋ ਜਾਂਦੀ ਹੈ, ਬਹੁਤ ਛੇਤੀ। ਦਿਲ ਦੇ ਵਿੱਚ ਗੁਰੂ ਦੇ ਬਚਨ ਯਾਦ ਹੋਣੇ ਬਹੁਤ ਲੇਟ ਹੁੰਦੇ ਨੇ, ਬੜੀ ਮੁਸ਼ੱਕਤ। ਇਹਨੂੰ ਬਾਣੀ ਕਿਹਾ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਰ। ਮੁਸ਼ਕਿਲ ਦਾ ਕੰਮ ਹੈ। ਕਾਰਨ ਕੀ ਹੈ? ਮੁਸ਼ਕਿਲ ਕਿਉਂ ਹੈ? ਕਿਉਂ ਬਾਣੀ ਯਾਦ ਰੱਖਣੀ ਮੁਸ਼ਕਿਲ ਹੈ? ਕਾਰਨ ਇੱਕ ਹੋਰ ਵੀ ਹੈ, ਕਿਉਂ ਕਾਰਨ ਇਹਦੇ ਕਈ ਨੇ। ਇੱਕ ਕਾਰਨ ਇਹ ਵੀ ਹੈ, ਜਦੋਂ ਅਸੀਂ ਗੁਰਦੁਆਰਾ ਸਾਹਿਬ ਚੋਂ ਬਾਹਰ ਜਾਣਾ ਹੈ, ਹੁਣ यहाँ ਤੇ ਬਾਹਰ ਸਤਜੁਗ ਵਰਤ ਰਿਹਾ ਹੋਏ, ਚਾਰੇ ਬੰਨੇ ਦਿਨ ਧੰਦੇ ਵਿੱਚ ਵੀ ਮਨੋਂ ਕੰਮ ਕਰ ਰਿਹਾ, ਉੱਥੇ ਵੀ ਰੱਬ ਦੀ ਗੱਲ। ਦੁਕਾਨਾਂ ਤੇ ਲੋਕ ਬੈਠੇ ਨੇ, ਉੱਥੇ ਵੀ ਰੱਬ ਦੀ ਗੱਲ। ਕਿਤੇ ਹੋਰ ਜਿਰਾਬਾਜੀ ਹੋ ਰਹੀ ਹੈ, ਡਾਕਟਰ ਬੈਠੇ, ਉਹ ਵੀ ਦਿਲ ਦੀ ਗੱਲ, ਉਹ ਵੀ ਰੱਬ ਦੀ ਗੱਲ ਕਰੇ। ਫਿਰ ਤੇ ਮਨੁੱਖ ਨੂੰ ਇਹ ਗੱਲਾਂ ਸਾਰਾ ਦਿਨ ਹੀ ਯਾਦ ਰਹਿਣਗੀਆਂ। ਹੁਣ ਇੱਥੋਂ ਨਿਕਲਣਾ ਹੈ, ਮਨ ਵਿਚਲਿਤ ਹੀ ਹੁੰਦਾ ਜਾਣਾ, ਵਿਚਲਿਤ ਹੀ ਹੁੰਦਾ ਜਾਣਾ, ਭਟਕਦਾ ਹੀ ਜਾਣਾ, ਇਹਨੇ ਭਟਕਦਾ ਹੀ ਜਾਣਾ। ਬੜੀ ਮੁਸ਼ਕਿਲ ਜਿਵੇਂ ਇੱਥੇ ਆਇਆ, ਸੰਗਤ ਵਿੱਚ ਆ ਕੇ ਆਪਣੇ ਸਿੱਧੇ ਰਾਹ ਤੇ ਆਉਂਦਾ ਹੈ, ਫਿਰ ਇਹ ਜਾ ਕੇ ਅੱਖਾਂ ਥਾਣੀ ਵਿਚਲਿਤ ਹੋ ਜਾਂਦਾ ਹੈ, ਕੰਨਾਂ ਥਾਣੀ ਹੋ ਜਾਂਦਾ ਹੈ, ਜਿਹੜੀਆਂ ਇਹਦੀਆਂ ਦਿਨ ਦੀਆਂ ਘਟਨਾਵਾਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਫਿਰ ਜਿਨ੍ਹਾਂ ਚੀਜ਼ਾਂ ਤੋਂ ਇਹ ਪ੍ਰਭਾਵਿਤ ਹੋਏਗਾ ਉਹਨਾਂ ਚੀਜ਼ਾਂ ਨੂੰ ਯਾਦ ਰੱਖੇਗਾ। ਇਸ ਕਰਕੇ ਮਨੁੱਖ ਬੜੀ ਲੇਟ ਗੁਰੂ ਦਿਆਂ ਬਚਨਾਂ ਤੋਂ ਪ੍ਰਭਾਵਿਤ ਹੁੰਦਾ ਹੈ,
ताई करके इनू याद नहीं रहते। जिस दिन एक गुरु के बचनों तो प्रभावित हो जाएगा, याद रहेंगे गुरु के बचन भी। इतिहास तो प्रभावित हो जाएगा, इतिहास याद रहेगा। इस करके जिवें ही असी इस दुनिया च जाना है, इतों हुण बाहर जावांगे, दुनिया दी घटनावां मन नूं प्रभावित करनगियां, जो जो घटनावां होणगियां प्रभावित करनगियां। या तो मनुख बंदगी विच इन्ना ही डूंगा चला जाए, कोलों कौन लंघ है, अपना काम कर रहा है, अपना धंधा करता है, इनू कोई पता नहीं कोलों कौन लंघ है, कोई पता नहीं। या तो मनुख की इन्नी डूंगी, जिन्होंने कहते नामा कहत लोचना मुख ते राम संभाल, हाथ पाँव कर काम सब चीत निरंजन नाल। या तो इन्ने डूंगे तौर पर मनुख के मन दे विच रब दा नाम वस जाए, चेते विच आ जाए। पर यह डूंगी गल है। इस करके सवेरे असी रोज़ संगत विच आउंदे आ, इस संगत विच आ रहे हैं, इस संगत मनुख नूं यह फल दिंदी है कि जिन्ना क सारे दिन दे विच वजन कमाउणा है, ये वजन घट हो जाता है तो गुरु की गल सुन के। गुरबाणी ये कहती है, सत संगत दे विच आके करोड़ां पाप ने वो खत्म होंदे ने। जो मन दे विच करोड़ां संकल्प बन जाते हैं वो खत्म होंदे ने। संस्कार जिहड़े बन जाते हैं माड़े संस्कार वो खत्म हो जाते हैं। क्योंकि जे मनुख दे मन दे विच ईर्खा हुंदी है, संगत विच सुनेगा ये माड़ी है। जे निंदा की गल आउंदी है, संगत में सुनेगा नहीं ये माड़ी है, ये मैनू नरकां च पहुंचा देगी। फिर जदों ही ये निंदा के कोल बैठेगा, एक बार ये दिमाग से जरूर आएगा नहीं ये गल गलत है। हुण वो जिहड़ा एक बारी दिमाग से आया है, उन्हें घट्टो घट्ट कुछ तो घट किया ही है। मनुख थोड़ा बहुता अपने कान भी बचाएगा, रहन देगा, थोड़ा बहुता बचाएगा। इस करके गुरु का शब्द अनुभव दे विच आ जाना, ये साधना दे नाल आउंदा है, उवें नहीं आउंदा। साधना किनू? मन नू साधना। मन दे विच, मन दे अनुभव दे विच ये शब्द आ जाए, साधना नाल आउंदा, एवें नहीं आउंदा। पढ़िया जाता है, गुरु की बाणी पढ़ी जा सकती है, गुरु की बाणी सुनी भी जा सकती है, पर पढ़ना ते सुनना एक पुण्य है। फिर मैं बेनती करा, पढ़ना ते सुनना एक पुण्य है, पर वह पढ़िया ते सुनिया जदों तई मन विच नहीं वसिया, उदों तई उहदा लाभ नहीं। जिवें एक लक्कड़ है, लक्कड़ दे विच अग हुंदी है, वो लक्कड़ उदों तई अग नहीं पैदा कर सकती जदों तैनूं उहनूं वढ के सुकाया ना जाए। दुध दे विच घ्यो हुंदा है, उदों तई घ्यो नहीं निकलेगा जदों तई दुध नूं रिड़किया ना जाए, उहनूं खट्टा ला के रिड़किया ना जाए, उदों तई नहीं। इवें गुरु दे शब्द दे विच रहस हुंदा है, गुरु दे शब्द दे विच ब्रह्म ज्ञान हुंदा है, उदों तई प्राप्त नहीं हुंदा जदों तई मनुख अपने मन नूं रिड़के ना। वस्तु अंदर वस्त समावै, दूजी होवै पास। महाराज ताई बाणी दे विच एक होर भी शब्द कहते हैं, भांडा धोए बैस धूप देव हो, तो दूधै को जावो, दूध कर्म फुन सुरत समावण, होए निराश जमावो। जपो ता एको नामा, अवर निराफल कामा। एक नाम दी विचार करो। हुण जिन्नी देर मनुख नाम दी विचार अपने मन विच करेगा, क्योंकि बाहर तो किसी नाल की करेगा। ताई आपां अरदास दे विच भी यही शब्द कहने आ, तिन्हां प्यारियां दा मेल करवाउणा, जिन्हां मिलिया आप जी दा नाम चेत आवे। रोज़ कहने यही अरदास वचन हुंदे ने। क्यों? क्योंकि परमात्मा जिन्नी क कमाई इत्थे कीती है, संगत विच बैठ के जिवें बाहर जावांगे उदों ही लुटनी शुरू हो जानी है। उदों जिवें ही इत्थों जाना है, जिवें ही मन एकाग्र होया है, मन विचलित होना शुरू हो जाएगा, जो कुछ है भुलदा जाएगा। पर रोज़ रोज़ लाउण दे नाल एक दिन मन तकड़ा हो जाएगा, मन अपने आप ते काबू करना शुरू कर दे।
ਅੱਗੇ ਮਹਾਰਾਜ ਕਹਿੰਦੇ ਨੇ ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਨਿਰਤ ਪ੍ਰਭੂ ਦਾ ਪਿਆਰ, ਪ੍ਰਮਾਤਮਾ ਦਾ ਪ੍ਰੇਮ, ਸੱਚੇ ਪ੍ਰਮਾਤਮਾ ਦੇ ਪ੍ਰੇਮ ਨੂੰ ਜੇ ਕੋਈ ਬੁੱਝ ਜਾਂਦਾ ਹੈ, ਫਿਰ ਜਦੋਂ ਪ੍ਰਮਾਤਮਾ ਦੇ ਪ੍ਰੇਮ ਨੂੰ ਬੁੱਝਦਾ ਹੈ, ਉਸ ਨੂੰ ਪਤਾ ਲੱਗਦਾ ਹੈ ਪ੍ਰਮਾਤਮਾ ਮੈਨੂੰ ਕਿੰਨਾ ਪ੍ਰੇਮ ਕਰਦਾ ਹੈ। ਮੇਰੀ ਰੋਟੀ ਦਾ ਬੰਦੋਬਸਤ, ਮੇਰੇ ਪਰਿਵਾਰ ਦਾ ਬੰਦੋਬਸਤ ਉਹ ਆਪ ਹੀ ਕਰ ਰਿਹਾ ਹੈ। ਫਿਰ ਕਹਿੰਦੇ ਪ੍ਰਮਾਤਮਾ ਦਾ ਨਾਮ ਉਹ ਜਪਦਾ ਹੈ। ਜਪਣ ਦਾ ਮਤਲਬ ਉਹਨੂੰ ਯਾਦ ਕਰਦਾ ਹੈ। ਉਸ ਦੇ ਕਰਮਾਂ ਵਿੱਚ ਵੀ ਪ੍ਰਮਾਤਮਾ ਦੀ ਯਾਦ। ਸਿਰਫ ਪ੍ਰਮਾਤਮਾ ਨੂੰ ਨਾਮ ਜਪਣ ਦਾ ਮਤਲਬ ਇਹ ਨਹੀਂ ਮੁੱਖ ਚੋਂ ਵਾਹਿਗੁਰੂ ਵਾਹਿਗੁਰੂ ਕਰੇ ਤੇ ਵੈਸੇ ਮਾੜਾ ਬੋਲੇ, ਐਸਾ ਨਹੀਂ। ਵੈਸੇ ਗੱਲ ਇਹ ਹੈ, ਸ਼ੁਰੂ ਚ ਮਨੁੱਖ ਮੁੱਖ ਤੋਂ ਹੀ ਬੋਲੇਗਾ ਤਾਂ ਹੀ ਹੌਲੀ ਹੌਲੀ ਬਣਨਾ ਸ਼ੁਰੂ ਹੋਏਗਾ। ਜਿਵੇਂ ਗੁਰਬਾਣੀ ਦਾ ਇੱਕ ਪਾਠ ਕਰਦਾ ਹੈ, 3 ਕਰੇਗਾ, 4 ਕਰੇਗਾ, ਇਹ 4 ਪਾਠ ਬਾਰ-ਬਾਰ ਉਹਨੂੰ ਯਾਦ, ਬਾਰ-ਬਾਰ ਯਾਦ, ਇਹ ਮਨੁੱਖ ਦੇ ਹਿਰਦੇ ਨੂੰ ਨਿਰਮਲ ਕਰਦੀ ਹੈ ਇਹ ਚੀਜ਼। ਔਰ ਇੱਥੋਂ ਹੀ ਭਾਵਨਾ ਬਣਦੀ ਹੈ, ਇੱਥੋਂ ਹੀ ਅਰਦਾਸ ਬਣਦੀ ਹੈ। ਇੱਥੋਂ ਜਿੰਨਾ ਜ਼ਿਆਦਾ ਹਿਰਦਾ ਨਿਰਮਲ ਹੁੰਦਾ ਜਾਏਗਾ, ਜਿੰਨਾ ਜ਼ਿਆਦਾ ਦਿਲ ਦੇ ਵਿੱਚੋਂ ਈਰਖਾ ਤੇ ਦਵੈਸ਼ ਨਿਕਲਦਾ ਜਾਏਗਾ। ਹਜੇ ਦਿਲ ਵਿੱਚ ਹੈ, ਦਿਲ ਦੇ ਵਿੱਚ ਮਨੁੱਖ ਦੇ ਇਹ ਘਟਨਾਵਾਂ ਹੈਗੀਆਂ ਨੇ। ਮੈਂ ਫਿਰ ਬੇਨਤੀ ਕਰਾਂ, ਦਿਲ ਦੇ ਵਿੱਚ ਮਨੁੱਖ ਦੇ ਪਿਆ ਹੈ ਕਿ ਕਿਸੇ ਨੇ ਇਹਦੀ ਬੇਇੱਜ਼ਤੀ ਕੀਤੀ, ਉਹ ਵੀ ਦਿਲ ਵਿੱਚ ਹੈ। ਕਿਸੇ ਨੇ ਇਹਦਾ ਬਹੁਤ ਜ਼ਿਆਦਾ ਆਦਰ ਕੀਤਾ, ਉਹ ਵੀ ਦਿਲ ਵਿੱਚ ਪਿਆ ਹੈ। ਜਦੋਂ ਬੇਇੱਜ਼ਤੀ ਤੇ ਆਦਰ ਦੋਵੇਂ ਖਤਮ ਹੋ ਜਾਣਗੇ, ਦੋਵੇਂ, ਉੱਥੇ ਫਿਰ ਪਰਮਾਤਮਾ ਦਾ ਵਾਸਾ ਹੋ ਜਾਂਦਾ। ਜਿੱਥੇ ਦੋਵੇਂ ਖਤਮ ਹੋ ਜਾਣ, ਜਿੱਥੋਂ ਬੇਇੱਜ਼ਤੀ ਵੀ ਚਲੀ ਜਾਏ, ਜਿੱਥੋਂ ਆਦਰ ਵੀ ਚਲਾ ਜਾਏ, ਦੋਵਾਂ ਚੀਜ਼ਾਂ ਨੂੰ ਬਰਾਬਰ ਸਮਝਣਾ ਸ਼ੁਰੂ ਕਰ ਦੇ, ਹਜੇ ਮਨੁੱਖ ਦੇ ਦਿਲ ਦੇ ਵਿੱਚ ਬਹੁਤ ਕੁਝ ਪਿਆ, ਈਰਖਾ ਪਈ ਹੈ, ਦਵੈਸ਼ ਪਿਆ, ਫਿਰ ਉੱਥੇ ਰੱਬ ਦਾ ਨਾਂ ਕਿੱਥੇ? ਉੱਥੇ ਪਰਮਾਤਮਾ ਦੀ ਯਾਦ ਨਹੀਂ ਹੋਏਗੀ। ਪਰਮਾਤਮਾ ਦੀ ਯਾਦ ਉੱਥੇ ਹੀ ਵਸਦੀ ਹੈ ਜਿੱਥੇ ਮਨੁੱਖ ਦਾ ਹਿਰਦਾ ਨਿਰਮਲ ਹੋ ਗਿਆ ਹੋਵੇ, ਜਿੱਥੇ ਸਿਰਫ ਪਰਮੇਸ਼ਰ ਦੀ ਗੱਲ ਹੋਏ, ਪਰਮੇਸ਼ਰ ਦੀ ਯਾਦ ਹੋਏ। ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ। ਹੁਣ ਮਹਾਰਾਜ ਹੁਣ ਅੱਗੇ ਜਿਹੜਾ ਸ਼ਬਦ ਆਏਗਾ ਸਾਰਾ ਹੀ ਇਹਦੇ ਵਿੱਚ ਪਰਮਾਤਮਾ ਦੀ ਵਡਿਆਈ ਕਰਦੇ ਨੇ। ਉਹ ਕਿਵੇਂ ਹੈ? ਕਹਿੰਦੇ ਪਰਮਾਤਮਾ ਆਪ ਸਤ ਸਵਰੂਪ ਹੈ। ਸਚਿਦਾਨੰਦ ਵੀ ਉਹਨੂੰ ਕਹਿੰਦੇ ਨੇ, ਸਤ ਚਿਤ ਆਨੰਦ, ਜਿੱਥੇ ਆਨੰਦ ਹੀ ਆਨੰਦ ਹੈ। ਹੁਣ ਏਡਾ ਵੱਡਾ ਪਰਮਾਤਮਾ ਦਾ ਪਸਾਰਾ ਹੈ, ਧਰਤੀ ਹੈ, ਚੰਦਰਮਾ ਹੈ, ਸੂਰਜ ਨੇ, ਸਾਰਾ ਕੁਛ ਹੈ, ਕਿ ਪਰਮਾਤਮਾ ਪਰੇਸ਼ਾਨ ਹੋ ਜਾਂਦਾ ਵੀ ਸੂਰਜ ਨੂੰ ਕਹਿਣਾ ਪਏਗਾ ਤੂੰ ਨਿਕਲ ਜਾ। ਵੇਖੋ ਕਰੋੜਾਂ ਹੀ ਸੂਰਜ ਨੇ ਉਹਦੇ ਹੁਕਮ ਦੇ ਵਿੱਚ, ਸਹਿਜੇ ਹੀ ਸਾਰਾ ਕੁਝ ਚੱਲ ਰਿਹਾ। ਕਰੋੜਾਂ ਹੀ ਸੂਰਜ ਨੇ, ਸਹਿਜੇ ਹੀ ਚੱਲ ਰਹੇ ਨੇ। ਕਰੋੜਾਂ ਹੀ ਚੰਦਰਮਾ ਨੇ, ਚੱਲ ਰਹੇ ਨੇ। ਔਰ ਜੀ ਤੇ ਇੰਨੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਐਸੇ ਐਸੇ ਜੀਵ ਨੇ ਜਿਹੜੇ ਚੱਲ ਵੀ ਨਹੀਂ ਸਕਦੇ, ਰੋਟੀ ਉਹਨਾਂ ਨੂੰ ਵੀ ਮਿਲਦੀ ਹੈ। ਕਮਾਲ ਦੀ ਗੱਲ ਤੇ ਇਹ ਹੈ, ਪਰਮਾਤਮਾ ਨੂੰ ਇਹ ਚਿੰਤਾ ਨਹੀਂ ਹੈ ਫਲਾਣੇ ਨੂੰ ਰੋਟੀ ਦੇਣੀ, ਉਹਨੂੰ ਨਹੀਂ ਮਿਲੀ, ਆਪਣੇ ਆਪ ਹੀ ਦੇਈ ਜਾ ਰਿਹਾ ਸਾਰਿਆਂ ਨੂੰ। ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਕਿਉਂ? ਉਹਨੂੰ ਪਤਾ ਹੈ ਸਹਿਜ ਦੇ ਵਿੱਚ ਸਾਰਾ ਕੁਝ ਹੀ ਚੱਲਦਾ ਰਹਿਣਾ। ਇਵੇਂ ਹੀ ਜੋ ਮਨੁੱਖ ਹੈ, ਹੁੰਦਾ ਇਹਦੇ ਨਾਲ ਵੀ ਐਵੇਂ, ਸਭ ਕੁਝ ਆਪਣੇ ਆਪ ਹੀ ਚੱਲ ਰਿਹਾ ਹੈ। ਬਸ ਇਹਦੀ ਹੰਕਾਰ ਹੈ, ਉਹ ਇਹਨੂੰ ਸਹਿਜ 'ਚ ਆਉਣ ਨਹੀਂ ਦਿੰਦਾ। ਬਸ ਗੱਲ ਇੰਨੀ ਹੈ। ਹੋ ਤੇ ਇੱਥੇ ਵੀ ਸਭ ਕੁਝ ਹੁਕਮ ਵਿੱਚ ਹੀ ਰਿਹਾ, ਬਸ ਮਨੁੱਖ ਨੂੰ ਨਹੀਂ ਪਤਾ। ਇਹਨੂੰ ਨਾ ਪਤਾ ਹੋਣਾ, ਇਹਨੂੰ ਹੀ ਅਗਿਆਨ ਕਹਿੰਦੇ ਨੇ। ਤਾਈ ਤੇ ਇਹ ਪਰੇਸ਼ਾਨ ਹੈ। ਇਸ ਨੂੰ ਇਵੇਂ ਲੱਗਦਾ ਰਹਿੰਦਾ ਮੈਂ ਕੁਝ ਕਰਨਾ ਹੈ, ਹਜੇ ਬਹੁਤ ਕੁਝ ਮੈਂ ਕਰ ਦੇਣਾ ਹੈ, ਇਹਨੂੰ ਇਵੇਂ ਲੱਗਦਾ ਹੈ। ਪਰ ਅਸਲ ਦੇ ਵਿੱਚ ਹੋ ਸਭ ਕੁਝ ਹੀ ਸਹਿਜ ਵਿੱਚ ਰਿਹਾ ਹੈ। ਮਨੁੱਖ ਸੋਚੀ ਕੁਝ ਜਾਂਦਾ, ਹੋਈ ਕੁਝ ਜਾਂਦਾ ਹੈ, ਕਿਉਂਕਿ ਇਸ ਦੇ ਜਿਹੜੇ ਕਰਮ ਨੇ ਇਹ ਤੋਂ ਉਹ ਕਰਾਈ ਜਾਂਦੇ ਨੇ। ਜਿੱਥੇ ਜਿੱਥੇ ਉਹਨੇ ਦਾਣੇ ਇਸ ਦੇ ਲਿਖੇ ਹੋਏ ਨੇ, ਉੱਥੇ ਉੱਥੇ ਇਹਨੂੰ ਭੇਜੀ ਜਾਂਦਾ ਹੈ। ਮੈਂ ਆਪ ਜੀ ਦੇ ਸਨਮੁਖ ਬੇਨਤੀ ਕਰਾਂ, ਸ਼ਾਇਦ ਕੱਲ ਵੀ ਮੈਂ ਇਹ ਬੇਨਤੀ ਕੀਤੀ ਸਤਿਗੁਰੂ ਜੀ ਸਾਹਮਣੇ ਨਾ, ਸਿੱਖਾਂ ਨੇ ਇਹ ਸਵਾਲ ਕਰ ਦਿੱਤਾ, ਮਹਾਰਾਜ ਇੱਕ ਵਾਰੀ ਇੱਕ ਬੰਨੇ ਤੇ ਤੁਸੀਂ ਕਹਿੰਦੇ ਹੋ, ਇੱਕ ਸਾਈਡ 'ਚ ਤੇ ਕਹਿੰਦੇ ਹੋ ਵੀ ਸਾਰਾ ਕੁਝ ਹੀ ਪਰਮਾਤਮਾ ਦੇ ਹੱਥ ਵਿੱਚ ਹੈ,
दूजे बन्ने तुसी कह देंदे हो नहीं आपे बीज आपे ही खाओ, एक बन्ने ये कहती जाती। कमाल की तो गल है कि दो साइडां किवें? एक बन्ने तो ये कह रहे हो सब कुछ ही रब के हथ में है, एक बन्ने ये कहते हो आप ही कर्म करने पैणगे ते आप ही खाने पैणगे। इन्हां दा अर्थ की है? दो ते आपस दे विच विरोध हो गया गुरबाणी का। महाराज कहते नहीं, विरोध नहीं है। ये तो जैसी जैसी मनुख की अवस्था होंदी है वैसे वैसे शब्द की जिंदगी च अर्थ देंदे रहंदे ने। शुरुआत इत्थों ही होंदी है भी मैं चंगे कर्म करा, चंगा बीजा, चंगा खावां। पर इन्हां कर्मां दे, चंगे कर्मां दे पुण्य दे नाल इसदी बुद्धि थोड़ी निर्मल हो जाएगी। जिमें जिमें निर्मल होंदी जाएगी ना बुद्धि, दिमाग निर्मल होंदा जाएगा, इहनूं पता लगता जाएगा मैं कुछ नहीं हाँ। हुंदिया हुंदिया अगे जांदिया जांदे एक दिन एक कह देगा, इहनूं ये भी अनुभव हो जाना है मैं कुछ नहीं किया, जो कुछ किया सो हर किया। जो कुछ कर रहा है वो रब ही कर रहा है, मैं तो साधन मात्र सी। हजे इनू पता नहीं लगेगा, कदों? जदों तक अनुभव नहीं होएगा। हजे इवें समझ लो कोई पहली क्लास हो सकता है, पहली क्लास के बच्चे नूं एक कहना पैंदा ए फॉर एप्पल है, 12वीं क्लास के बच्चे नूं नहीं दसना पैंदा। ਉਹਦੇ वास्ते ABCD की कोई वैल्यू नहीं रहिंदी, भावें ਚੱਲਿਆ सब कुछ ABCD तो है। इवें ਜਿਹੜੇ मनुख पहली क्लास च ने उन्हां वास्ते कर्मां की बड़ी वैल्यू है। भगत रविदास जी कहते हैं जिहड़ी 12वीं क्लास च पहुँच गए ने उन्हां वास्ते कर्मां की कोई वैल्यू नहीं, कर्म खत्म ही हो जाते हैं। क्योंकि कर्म भी तो हंकार पैदा करते हैं। कर्म कित्थे जमा होणगे? बुद्धि विच, मनुख की मैमरी दे विच ही आउणगे ना कर्म। फिर मनुख कहेगा मैं आ फलाना काम किया है, मैं रोज जाना हूँ गुरुद्वारे। ये कर्म ये भी हंकार पैदा कर रहे। पर हंकार एक वड्डी बीमारी है। होर इहदे अगे छोटियां छोटियां कई बीमारियां ने। सतसंगत विच आके सेवा करके रब दा नाम जप के पहला छोटियां बीमारियां खत्म होंदियां ने। हंकार ते बड़ी वड्डी बीमारी है। हो मैं दीर्घ रोग है, दारू पी इस माही। हो सकता है माया का त्याग हो जाए, कोई छड़ के बह जाए मैं रोटी नहीं खानी, लो मैं तो घर के 50 किले त्याग दिते। हुण ये त्यागना ये तो एक कर्म है, पर इस चीज़ के मान नूं त्यागना, हंकार नूं त्यागना ये बहुत वड्डी चीज़ है। कबीर माया तजी तो क्या भया, जो मान तजिया ना जाए। मान छड्डना, हंकार छड्डना बड़ी वड्डी गल है। इस करके पहले गुरुद्वारे असीं आउंदे आ, मंदिर विच जाने आ, मस्जिद विच जाने आ, जिन्ने एक कर्म कर रहे हैं ये कर्म छोटियां बीमारियां नूं कटदे ने। पहला हौमे ते बड़ा वड्डा रोग है, ये तो दीर्घ रोग है, ये तो कोई कट पाउंदा है, चलदे सारे ही ने। ये कट्टिया जाएगा जिमें जिमें साधना वड्डी हुंदी जाएगी, मनुख नूं पता लग जाएगा। हुण गुरु साहिब जी दे महाराज दे कोल एक बारी सिख आए, कहंदे सतगुरु जी महाराज असीं जदों संगत विच बहिंदे आ, शब्द जपदे आ, मन एकागर नहीं हुंदा, मन हौले होर ही विचारां करी जांदा है। इहदे विच पता नहीं की चली जांदा है, सानूं विखदा है हुण भी ये सब कुछ माड़ा चल रहा इहदे विच। सतगुरु जी महाराज कहंदे ने असल दे विच यही ते तुहाडे पुण्य फल ते कर्मां दी निशानी है। तुहानूं ये पता तो लगना शुरू हो गया है मन दे विच माड़ा चलदा है, भाव तुसीं वेखण ते लग गए हो अपने मन नूं। नहीं, अपने मन नूं कौन वेखदा? हरेक मनुख ने अपने उत्ते टैग लगाया होया है, मैं कदे गलत कीता ही नहीं। कदे लड़ाई हो जाए ना किसी दी, किसी का झगड़ा हो जाए, दो बंदे पंचायत दे विच होण, एक उधर होए मुद्दई एक उधर होए, दोवें कही जाणगे मैं सच्चा, वो कही जाएगा मैं सच्चा। अक्सर ये कही जाणगे मैं सच्चा, हो कहेगा मैं सच्चा। झूठा अपने आप को कोई मनता ही नहीं है, कोई नहीं मनता अपने आप को कम ही। मैं अक्सर कहना जो कथा चलती है ना क्रोध की, लोभ की, तो लोभ की कोई ऐसी गल चल पे, मनुख अक्सर सोचता मैं किहड़ा लोभी हाँ, मैं किहड़ा माड़ा कीता, कहते मेरे दिमाग से आ नहीं रहा किहड़ा माड़ा कीता। बड़ा मुश्किल होंदा है अपने दिमाग में ये लियाना भी मैं भी कभी माड़ा कीता है, बड़ी साधना है।
अपने मन के सामने ये लैके आना मैं माड़ा किहड़ा कीता जिंदगी च, बड़ा औखा है। बड़ी वड्डी साधना की जरूरत है। सतगुरु जी कहते संगत में आए हो, यही तो तुहाडे ते किरपा हुई, पता लगन लग गया असीं भी माड़ा करते हैं, साडे हथों भी माड़ा हो जाता है। हुण जिहड़ा माड़ा तुहानूं विखना शुरू हो गया है, हुण तुसीं ठीक इहनूं अपने आप ही कर लवोगे। पहलां विखे तो सही। पहली गल रोग विखे तो सही, जदों तई रोग वेखदा ही नहीं इलाज किवें होएगा, हो ही नहीं सकता। अपने मन दे विच बुराइयां विखणियां, इह तों डरना नहीं चाहिए। साधना करदिआं संगत करदिआं अक्सर ये हुंदा, जिहड़े अभ्यासी ने उन्हां नूं पता है। जिहड़े अभ्यासी ने, जिहड़े नाम दी अपने मन नूं एकाग्र करते हैं किसी विधि के अनुसार, उन्हां नूं पता है मन के अगे ऐसे विचार आउंदे ने, और उन्होंने ये भी पता लग जाता है मन का कोई विश्वास भी नहीं है, किन्ने माड़े माड़े विचारे आ सकते हैं, उन्होंने ये भी पता लग जाता है। फिर घबराउण की लोड़ नहीं है, सगों पता लग गया मन के विच माड़ा है, हुण ये ठीक हो जाएगा। जिन्हों अजे तक पता ही नहीं लगा वह ठीक सारी उम्र ही नहीं होना। इस करके सतगुरु जी कहते हैं आप सत किया सब सत, आपे जानै अपनी मित गत। परमात्मा सच है, उसने जो कुछ भी बनाया है, जो कुछ भी हो रहा है, सच ही हो रहा सब कुछ। पर इस चीज़ का अंदाजा कि दूजा मनुख ला सकता नहीं, वह अंदाजा वही जानता है। वो इतना वड्डा है, मनुख तो छोटा जा जीव है, छोटी जी की बुद्धि है, छोटा जा। वो बहुत वड्डा है। अपनी मित, मित का मतलब अंदाजा, इस दे बारे वो आप ही जानता है। बाणी अंत दे विच महाराज कहते हैं जिसकी सृष्ट सो करने हार, अवर ना बूझ करत विचार। जिसने ये सृष्टि बनाई है वही सब कुछ कर रहा है। मत जानो कोई होर इत्थे दुनिया ते कुछ कर रहा है। जिथे जिथे भी असी जा रहे हैं सानू वही खड़ रहे हैं। ये तमाशा है वह, उस तमाशे दे विच सारे जीव खेड रहे हैं। कोई इस टाइम संगत में बैठा है, कोई इस टाइम माड़ी थां ते बैठा होएगा, दोवें चीज़ां ने। कोई संगत में बैठा है, कोई किते होर बैठा है, खिडौण वाला आप ही है। अपने अपने मनुख के कर्म ने, कर्म उन्हें किवें बनाए ने ये बारे भी कोई नहीं जानता। किवें उन्हें कर्म बनाए ने वही जानता है। ताई भगत कह देंदे ने कर्म तो असीं ठीक कर रहे हैं, पर तेरी बख्शिश तो बिना साडे अंदर कुछ नहीं होना। हे परमात्मा तू बख्शिश करेगा तो जिंदगी बदल सकती है, नहीं नहीं बदलनी। ओदी सृष्टि है, वही सब कुछ करने वाला है। पर जेड़े कर्म ने वो मनुख नूं निर्मल करने चाहिए ने। अंत दे विच महाराज कहते करते की मित ना जाने किया। जिवें मनुख ने रोबोट बनाया है, रोबोट मनुख दे मन की गहराई जान सकता है नहीं, क्योंकि उन्हें बनाया करते की मित ना जाने किया। रोबोट मनुख दे मन की डूंघाई नहीं समझ सकता। क्यों? क्योंकि वह बनाया मनुख ने। इवें मनुख परमात्मा की डूंघाई नहीं समझ सकता, क्यों? मनुख नूं बनाया परमात्मा ने, नहीं समझ सकता। जिन्हें जिहड़ी चीज़ बनाई होए वो अगली गहराई किवें जानेगा। इस करके कहते हैं परमात्मा बेअंत है, अगोचर है, बुद्धि की पकड़ च नहीं होंदा। ਉਹਦੇ बारे जान जान के यही समझा जाता है असी नहीं जान सकते, बस यही समझ आएगा। अंत दे विच महाराज कहते नानक जो तिस भाव है सो वरतिया। जो कुछ उन्होंने चंगा लग रहा है हुक्म दे विच वही दुनिया उत्ते हो रहा है। मनुख यदी गहराई विच भी जाएगा, यदी गहराई विच जाके यही चीज़ लभी है कर्म। हुण कबीर साहब कहते हैं कर्म किन्ने बनाए ने, किवें बने ने, कदों बने ने, ये किनू पता है? किसी ने भी नहीं पता। इस करके जो वो कर रहे है वो ठीक कर रहे है, ਉਹਦੇ ਕੀਤੇ ਹੋਏ ਨੂੰ ਮੰਨ ਲੈਣਾ ਚਾਹੀਦਾ। ਜੇ ਸਾਡੇ ਨਾਲ ਚੰਗੀ ਚੀਜ਼ ਵਾਪਰੀ ਹੈ ਤਾਂ ਵੀ ਉਹਦੀ ਜ਼ਿੰਦਗੀ ਹੈ, ਚੰਗੀ ਤੇ ਮਾੜੀ ਅਸੀਂ ਆਪਣੀ ਦ੍ਰਿਸ਼ਟੀ ਅਨੁਸਾਰ ਕਰਦੇ ਹਾਂ। ਜੈਸੀ ਕਿ ਦ੍ਰਿਸ਼ਟੀ ਹੈ ਉਸੇ ਚੰਗੀ ਮਾੜੀ ਹੁੰਦੀ ਹੈ, ਉਨਾ ਵੱਡਾ ਹੀ ਚੰਗਾ ਮਾੜਾ ਹੁੰਦਾ ਹੈ। ਹੁਣ ਇੱਕ ਚੋਰ ਦੇ ਲਈ ਚੰਗਾ ਕੀ ਹੈ? ਰਾਤ ਨੂੰ ਚੋਰੀ ਕਰ ਲੈਣੀ, ਉਹਦੇ ਵਾਸਤੇ ਚੰਗਾ ਹੋ ਗਿਆ। ਜੇ ਉਹ ਕਾਮਯਾਬ ਹੋ ਗਿਆ ਇੱਕ ਹੀ ਗੱਲ ਕਰਨਗੇ ਅੱਜ ਠੀਕ ਰਹਿ ਗਿਆ, ਵਧੀਆ ਹੋ ਗਿਆ।
ਹੁਣ ਚੋਰ ਦੇ ਵਾਸਤੇ ਚੰਗਾ ਤੇ ਮਾੜਾ ਅਲੱਗ ਚੀਜ਼ ਹੈ, ਉਹਦੇ ਮਾਪਦੰਡ ਅਲੱਗ ਨੇ ਚੰਗੇ ਮਾੜੇ ਦੇ। ਇੱਕ ਵਪਾਰੀ ਦੇ ਚੰਗੇ ਮਾੜੇ ਦੇ ਆਮਦਨ ਦੇ ਅੱਡ ਨੇ। ਇੱਕ ਡਾਕਟਰ ਦੇ ਲਈ ਚੰਗਾ ਮਾੜਾ ਅਲੱਗ ਚੀਜ਼ ਹੁੰਦੀ ਹੈ, ਇੱਕ ਰੱਬ ਦੇ ਭਗਤ ਲਈ ਚੰਗਾ ਮਾੜਾ ਅਲੱਗ ਚੀਜ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਇੱਕ ਕਿਰਪਾ ਕਰ, ਜੋ ਪਰਮਾਤਮਾ ਕਰਦਾ ਹੈ ਪਰਮਾਤਮਾ ਦੀ ਕੀਤੀ ਹੋਈ ਨੂੰ ਹੁਕਮ ਸਮਝ ਕੇ ਮੰਨਣਾ ਤੇ ਉਹਦੇ ਅੱਗੇ ਹੀ ਅਰਦਾਸ ਕਰਨੀ ਹੈ, ਪਰਮਾਤਮਾ ਜੈਸਾ ਤੂੰ ਕਰ ਰਿਹਾ ਹੈ ਤੂੰ ਠੀਕ ਕਰ ਰਿਹਾ ਹੈ। ਔਰ ਅੱਗੇ ਮਨੁੱਖ ਜੀਵ ਪਰਮਾਤਮਾ ਅੱਗੇ ਬੇਨਤੀ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ। ਕਿਉਂ? ਕਿਉਂਕਿ ਇਹ ਨਿਰਬਲ ਹੈ। ਪਰਮਾਤਮਾ ਵਿੱਚ ਬਲ ਸਾਰਾ ਕੁਝ ਹੈ, ਮਨੁੱਖ ਨਿਰਬਲ ਹੈ ਪਰਮਾਤਮਾ ਦੀ ਪ੍ਰਕਿਰਤੀ ਅੱਗੇ। ਇਹ ਪਰਮਾਤਮਾ ਦੀ ਪ੍ਰਕਿਰਤੀ ਦਾ ਪਾਰ ਨਹੀਂ ਪਾ ਸਕਦਾ, ਇਹ ਨਿਰਬਲ ਹੈ ਪਰਮਾਤਮਾ ਦੇ ਅੱਗੇ। ਤਾਂ ਹੀ ਕਰਕੇ ਨਿਰਬਲ ਹੈ